ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਮੌਸਮ ਠੀਕ ਰਿਹਾ। ਧੁੱਪ ਬਹੁਤੀ ਤਿੱਖੀ ਨਹੀਂ ਸੀ, ਪਰ ਮੌਸਮ ਖੁਸ਼ਕ ਸੀ। ਮੌਸਮ ਵਿਭਾਗ ਦੀ ਜੋ ਭਵਿੱਖਬਾਣੀ ਆ ਉਹਦੇ ਮੁਤਾਬਕ ਹੀ ਅੱਜ ਸਭ ਕੁਝ ਹੋਇਆ, ਕਿਉਂਕਿ ਰਾਤ ਦੇ ਵੇਲੇ ਇਸ ਵਕਤ ਪਾਰਾ ਜਿਹੜਾ ਲਗਾਤਾਰ ਡਿੱਗ ਰਿਹਾ। ਜਿਵੇਂ ਅਸੀਂ ਕੱਲ੍ਹ ਗੱਲ ਕਹੀ ਸੀ ਕਿ ਹੁਣ ਰਾਤਾਂ ਲਗਾਤਾਰ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜੇਕਰ ਤੁਸੀਂ 10-10:30 ਵਜੇ ਆਪਣੇ ਘਰ ਨੂੰ ਜਾਂਦੇ ਆ, ਕਿਤੇ ਬਾਹਰ ਸੜਕ ਦੇ ਉੱਤੇ ਜਾਂਦੇ ਆ, ਘਰੋਂ ਬਾਹਰ ਨਿਕਲਦੇ ਆ ਤਾਂ ਤੁਹਾਡੇ ਪਿੰਡੇ ਨੂੰ ਥੋੜ੍ਹੀ ਜਿਹੀ ਠੰਡ ਲੱਗਦੀ ਹੈ, ਠਾਰੀ ਜਿਹੀ ਚੜ੍ਹਦੀ ਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 15 ਅਕਤੂਬਰ ਤੱਕ ਪੰਜਾਬ ਦਾ ਮੌਸਮ ਆ ਜਿਹੜਾ ਦਿਨ ਦੇ ਵੇਲੇ ਸਥਿਰ ਰਹਿਣਾ, ਪਰ ਰਾਤਾਂ ਹੋਰ ਠੰਡੀਆਂ ਹੋਣੀਆਂ। ਯਾਨੀ ਕਿ ਠੰਡ ਦੀ ਆਮਦ ਆ ਜਿਹੜੀ ਉਹ ਪੰਜਾਬ ਦੇ ਵਿੱਚ ਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਦੇ ਨਾਲ ਸੰਬੰਧਿਤ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਯੂਨੀਅਨਾਂ ਦਾ ਇੱਕ ਹਿੱਸਾ ਰਾਜਨੀਤਿਕ ਰੰਗਣ ਦੇ ਵਿੱਚ ਪਹਿਲਾਂ ਵੀ ਰੰਗਿਆ ਸੀ ਤੇ ਹੁਣ ਉਹ ਹੌਲੀ-ਹੌਲੀ ਨੰਗਾ ਹੋਣਾ ਸ਼ੁਰੂ ਹੋ ਗਿਆ। ਪਰ ਕਈ ਕਿਸਾਨ ਜਥੇਬੰਦੀਆਂ ਇਹੋ ਜਿਹੀਆਂ ਜਿਹੜੀਆਂ ਕਿ ਨੰਗੇ ਧੜ ਕੇਂਦਰ ਦੇ ਫੈਸਲਿਆਂ ਦੇ ਖਿਲਾਫ ਲੜਾਈ ਲੜ ਰਹੀਆਂ, ਜਿਹੜੀਆਂ ਰਾਜਨੀਤਿਕ ਰੰਗਣ ਦੇ ਵਿੱਚ ਹਾਲੇ ਤੱਕ ਨਹੀਂ ਰੰਗੀਆਂ ਹੋਈਆਂ, ਤੇ ਉਹਨਾਂ ਦੇ ਵੱਲੋਂ ਹੁਣ ਉਹਨਾਂ ਪਾਰਟੀਆਂ ਨੂੰ, ਉਹਨਾਂ ਜਥੇਬੰਦੀਆਂ ਨੂੰ ਪਰੇ ਹੋਣ ਵਾਸਤੇ ਕਹਿ ਦਿੱਤਾ ਗਿਆ ਜਿਹੜੀਆਂ ਕਿ ਰਾਜਨੀਤਿਕ ਲੋਕਾਂ ਦੇ ਨਾਲ ਸਾਂਝ ਭਿਆੜੀ ਰੱਖਦੀਆਂ। ਆਪਾਂ ਇਹ ਵੀ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵੱਲੋਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੇ ਉੱਤੇ ਜਦੋਂ ਕਿਰਕਰੀ ਹੋਣੀ ਸ਼ੁਰੂ ਹੋਈ, ਜਦੋਂ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਕਿ ਸੀਨੀਅਰ ਨੇਤਾ, ਉਹਨਾਂ ਨੇ ਇਹ ਗੱਲ ਕਹੀ ਕਿ ਸਾਡਾ ਲੱਖੋਵਾਲ ਹੋਰਾਂ ਦੇ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਦੇ ਨਾਲ ਕੋਈ ਵੀ ਸੰਬੰਧ ਨਹੀਂ ਆ। ਚਾਹੀਦਾ ਇਹ ਸੀ ਕਿ ਸਾਰੀਆਂ ਜਥੇਬੰਦੀਆਂ ਮਿਲ ਕੇ ਹੰਭਲਾ ਮਾਰਦੀਆਂ, ਅਦਾਲਤ ਦਾ ਦਰਵਾਜ਼ਾ ਖੜਕਾਉਂਦੀਆਂ, ਕੱਲੇ ਨਾ ਇਹ ਸਾਰਾ ਕੁਝ ਕਰਦੇ ਤਾਂ ਵਧੀਆ ਗੱਲ ਸੀ। ਉਸ ਤੋਂ ਬਾਅਦ ਲੱਖੋਵਾਲ ਹੋਰਾਂ ਦੀ ਜਥੇਬੰਦੀ ਨੇ ਕਿਹਾ ਜੀ ਕਿ ਅਸੀਂ ਆਪਣੀ ਪਟੀਸ਼ਨ ਅਦਾਲਤ ਦੇ ਵਿੱਚੋਂ ਵਾਪਸ ਲੈ ਲਾਂਗੇ। ਉਸ ਤੋਂ ਬਾਅਦ ਮਨ ਦੇ ਵਿੱਚ ਮੇਰੇ ਸਵਾਲ ਆਇਆ ਜਦੋਂ ਲੱਖੋਵਾਲ ਸਾਹਿਬ ਦੀ ਜਥੇਬੰਦੀ ਨੇ ਕਿਹਾ ਕਿ ਅਦਾਲਤੀ ਪ੍ਰਕਿਰਿਆ ਦੇ ਉੱਤੇ ਸਾਨੂੰ ਭਰੋਸਾ ਨਹੀਂ, ਅਦਾਲਤਾਂ ਦੇ ਵੱਲੋਂ ਦਿੱਤੇ ਜਾਂਦੇ ਨਿਆਂ ਦੇ ਉੱਤੇ ਭਰੋਸਾ ਨਹੀਂ, ਇਸ ਕਰਕੇ ਅਸੀਂ ਲੋਕ ਘੋਲ ਦੇ ਵਿੱਚ ਯੋਗਦਾਨ ਪਾਵਾਂਗੇ। ਮੇਰੇ ਮਨ 'ਚ ਆਇਆ ਜੀ ਕਿ 24 ਘੰਟਿਆਂ ਦੇ ਵਿੱਚ ਹੀ ਦੇਖੋ ਇਸ ਗੱਲ ਦਾ ਪਤਾ ਲੱਗ ਗਿਆ ਕਿ ਕੋਈ ਫਾਇਦਾ ਨਹੀਂ ਅਦਾਲਤਾਂ ਦੇ ਵੱਲ ਜਾਣ ਦਾ, ਜਦ ਕਿ 24 ਘੰਟੇ ਪਹਿਲਾਂ ਤੱਕ ਇਸ ਗੱਲ ਦਾ ਇਲਮ ਹੀ ਨਹੀਂ ਸੀ ਵੀ ਅਦਾਲਤਾਂ ਕਿਵੇਂ ਕੰਮ ਕਰਦੀਆਂ ਜਾਂ ਅਦਾਲਤੀ ਪ੍ਰਕਿਰਿਆ ਦੇ ਬਾਬਤ ਸਾਨੂੰ ਜਾਣਕਾਰੀ ਹੀ ਨਹੀਂ ਸੀ। ਵੈਸੇ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਅਜਮੇਰ ਸਿੰਘ ਲੱਖੋਵਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਦੇ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਆ। ਉਹਨਾਂ ਨੂੰ ਸੋਹਣੀਆਂ ਸਹੂਲਤਾਂ ਮਿਲਦੀਆਂ ਰਹੀਆਂ। ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਈ ਵਾਰ ਸਵਾਲ ਉੱਠੇ ਆ ਵੀ ਲੱਖੋਵਾਲ ਸਾਹਿਬ ਆ ਜਿਹੜੇ ਉਹ ਕਈ ਵਾਰ ਕਿਸਾਨਾਂ ਦੇ ਉਲਟ ਕੰਮ ਕਰ ਜਾਂਦੇ ਆ, ਜਾਂ ਉਹ ਰਾਜਨੀਤਿਕ ਰੰਗਣ ਦੇ ਵਿੱਚ ਰੰਗੇ ਹੋਣ ਕਰਕੇ ਕਈ ਵਾਰ ਇਹੋ ਜਿਹਾ ਕੰਮ ਕਰ ਜਾਂਦੇ ਆ ਜਿਹੜਾ ਕਿ ਚੰਗੇ ਤੋਂ ਉਲਟ ਜਾਪਦਾ ਹੈ। ਹਾਲਾਂਕਿ ਲੱਖੋਵਾਲ ਸਾਹਿਬ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਸਾਨ ਹਿੱਤਾਂ ਨੂੰ ਪ੍ਰਣਾਏ ਹੋਏ ਆ, ਅਸੀਂ ਕਿਸਾਨੀ ਘੋਲ ਦੇ ਵਿੱਚ ਨਿੱਠ ਕੇ ਯੋਗਦਾਨ ਪਾਉਂਦੇ ਆ, ਖੇਤੀ ਬਿੱਲਾਂ ਦੇ ਅਸੀਂ ਖਿਲਾਫ ਹਾਂ ਤੇ ਕਿਸਾਨੀ ਨੂੰ ਮੁਨਾਫਾ ਹੋਵੇ ਤੇ ਖੇਤੀ ਦੀ ਲਾਗਤ ਜਿਵੇਂ ਵਧੀ ਹੈ ਉਸ ਤਰੀਕੇ ਨਾਲ ਮੁਨਾਫਾ ਵੀ ਵਧਣਾ ਚਾਹੀਦਾ। ਉਹਨਾਂ ਨੇ ਕਿਹਾ ਸਮੇਂ ਦੇ ਉੱਤੇ ਕਿ ਅਸੀਂ ਨਿੱਠ ਕੇ ਇਸ ਮੁਤਲਕ ਕਿਸਾਨੀ ਸੰਘਰਸ਼ ਦੇ ਲਈ ਕੰਮਕਾਜ ਕਰ ਰਹੇ ਹਾਂ। ਪਰ ਅੱਜ ਦੀ ਇੱਕ ਵੱਡੀ ਖਬਰ ਪ੍ਰਾਪਤ ਇਹ ਹੋਈ ਹੈ ਕਿਉਂਕਿ ਅੱਜ ਯਾਨੀ ਕਿ 8 ਤਰੀਕ ਨੂੰ ਕੇਂਦਰ ਦੀ ਸਰਕਾਰ ਦੇ ਨਾਲ ਮੀਟਿੰਗ ਸੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ। ਖਬਰ ਇਹ ਆਈ ਸੀ ਵੀ ਕੇਂਦਰ ਦੇ ਵੱਲੋਂ ਸੁਨੇਹਾ ਭੇਜਿਆ ਗਿਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆ ਕੇ ਮੀਟਿੰਗ ਕਰਨ। ਲੱਗਦਾ ਇਹ ਸੀ ਕਿ ਖੇਤੀਬਾੜੀ ਮਹਿਕਮੇ ਦੇ ਵੱਲੋਂ ਜਾਂ ਖੇਤੀ ਮੰਤਰੀ ਦੇ ਵੱਲੋਂ ਖਾਸ ਕਰਕੇ ਇਹ ਸੁਨੇਹਾ ਭੇਜਿਆ ਗਿਆ। ਪਰ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਲੱਖੋਵਾਲ ਧੜੇ ਨੂੰ ਪਰੇ ਰਹਿਣ ਦੀ ਗੱਲ ਕਹੀ ਗਈ ਹੈ। ਇਹ ਗੱਲ ਕਹੀ ਗਈ ਹੈ ਕਿ ਜਿੰਨੀ ਦੇਰ ਤੱਕ ਉਹ ਪਟੀਸ਼ਨ ਅਦਾਲਤ ਦੇ ਵਿੱਚੋਂ ਵਾਪਸ ਨਹੀਂ ਲੈਂਦੇ ਕਿਸੇ ਵੀ ਮੀਟਿੰਗ ਦੇ ਵਿੱਚੋਂ ਸ਼ਾਮਲ ਨਹੀਂ ਹੋ ਸਕਦੇ। ਇਹ ਗੱਲ ਕਹੀ ਗਈ ਹੈ ਜੀ ਕਿ ਅਸੀਂ ਕੇਂਦਰ ਦੇ ਨਾਲ ਕੋਈ ਸਾਂਝ ਨਹੀਂ ਰੱਖਣੀਗੀ। ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ, ਮੋਦੀ ਦੀ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਇਹ ਸਾਰੇ ਕਾਨੂੰਨ ਵਾਪਸ ਨਹੀਂ ਲੈਂਦੀ ਖੇਤੀ ਵਾਲੇ, ਉਨੀ ਦੇਰ ਤੱਕ ਅਸੀਂ ਬਿਲਕੁਲ ਨਹੀਂ ਜਾਣਾ। ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੈਰਾਨੀ ਇਸ ਗੱਲ ਤੇ ਹੈ ਕਿ ਨਾ ਤਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਈ ਚਿੱਠੀ ਭੇਜੀ ਗਈ ਹੈ, ਨਾ ਖੇਤੀ ਮੰਤਰੀ ਦੇ ਵੱਲੋਂ, ਨਾ PMO ਦੇ ਵੱਲੋਂ ਕੋਈ ਚਿੱਠੀ ਭੇਜੀ ਗਈ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਚਿੱਠੀ ਭੇਜ ਦਿੱਤੀ ਹੈ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਾਂਝ ਦੀ ਲੋੜ ਨਹੀਂ। ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ 7 ਦਿਨ ਦੇ ਅੰਦਰ ਪੰਜਾਬ ਦੀ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਨਾ ਸੱਦਿਆ ਗਿਆ ਖੇਤੀ ਕਾਨੂੰਨ ਰੱਦ ਕਰਨ ਦੇ ਮੁਤਲਕ, ਤਾਂ ਅਸੀਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਉਵੇਂ ਹੀ ਕਰਾਂਗੇ ਕਾਂਗਰਸੀ ਨੇਤਾਵਾਂ ਦੇ ਵੀ ਖਿਲਾਫ, ਜਿਵੇਂ ਕਿ ਇਸ ਵਕਤ BJP ਦੇ ਨੇਤਾਵਾਂ ਦੇ ਖਿਲਾਫ ਕਰ ਰਹੇ ਹਾਂ। ਸੋ ਜਿਸ ਤਰੀਕੇ ਨਾਲ BJP ਦੇ ਆਗੂਆਂ ਦਾ ਘਰ ਘੇਰਿਆ ਜਾ ਰਿਹਾ, ਉਸੇ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੇ ਕਿਹਾ ਕਿ 7 ਦਿਨ ਦਾ ਅਲਟੀਮੇਟਮ ਦਿੱਤਾ, ਨਹੀਂ ਤਾਂ ਅਸੀਂ ਕਾਂਗਰਸੀ ਆਗੂਆਂ ਦੇ ਘਰਾਂ ਦਾ ਵੀ ਘਿਰਾਓ ਸ਼ੁਰੂ ਕਰ ਦੇਣਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਅਸੀਂ ਇੱਦਾਂ ਦਬਣਾ ਨਹੀਂ।
ਉਹਨਾਂ ਨੇ ਕਿਹਾ ਜੀ ਕਿ 7 ਦਿਨ ਦੇ ਅਲਟੀਮੇਟਮ ਵਾਲੀ ਕੋਈ ਤੁਕ ਨਹੀਂ ਬਣਦੀ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੱਖੋਵਾਲ ਧੜਾ ਜਿਹੜਾ ਉਹ ਤਾਂ ਬਾਦਲਾਂ ਦਾ ਕਰੀਬੀ ਹੈ, ਬਾਦਲਾਂ ਦੀ ਬੁੱਕਲ ਦੇ ਵਿੱਚ ਬਹਿਣ ਵਾਲਾ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜੋ ਕੁਝ ਵੀ ਹੋ ਸਕਿਆ ਕਿਸਾਨੀ ਹਿੱਤ ਦੇ ਵਿੱਚ ਕਰਾਂਗੇ, ਪਰ ਇਸ ਤਰੀਕੇ ਦੇ ਨਾਲ ਅਲਟੀਮੇਟਮਾਂ ਦੇ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਦਾ। ਜਦੋਂ ਕਰੋਨਾ ਮੁੱਕ ਗਿਆ ਉਦੋਂ ਅਸੀਂ ਇਜਲਾਸ ਆਪੇ ਸੱਦ ਲੈਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਤੇ ਅਕਾਲੀ ਦਲ ਵਿਚਾਲੇ ਪੁਰਾਣੀਆਂ ਤੇ ਨਜ਼ਦੀਕੀ ਸਾਂਝਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੱਖੋਵਾਲ ਗਰੁੱਪ ਦੇ ਵੱਲੋਂ ਖੇਤੀ ਬਿੱਲਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਬਾਰੇ ਯੂ ਟਰਨ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਲਿਆ ਗਿਆ, ਜਿਸ ਤੋਂ ਸਪਸ਼ਟ ਹੁੰਦਾ ਕਿ ਇੱਕ ਵਾਰ ਫਿਰ ਭਾਜਪਾ ਦੀ ਨੇੜਤਾ ਦਾ ਨਿੱਘ ਉਹ ਮੰਨਣਾ ਚਾਹੁੰਦੇ ਨੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅਕਾਲੀਆਂ ਨਾਲ ਰਿਸ਼ਤੇ ਜਗ ਜ਼ਾਹਰ ਨੇ ਤੇ ਉਹ ਬਾਦਲਾਂ ਦੇ ਰਾਜ ਮੌਕੇ 10 ਸਾਲ ਮੰਡੀ ਬੋਰਡ ਦੇ ਚੇਅਰਮੈਨ ਰਹੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਲੱਖੋਵਾਲ ਗਰੁੱਪ ਵੱਲੋਂ ਕਾਲੇ ਕਾਨੂੰਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਤੋਂ ਅਚਾਨਕ ਪਿੱਛੇ ਹਟਣ ਦਾ ਫੈਸਲਾ ਸਪਸ਼ਟ ਕਰਦਾ ਕਿ ਉਹ ਅਕਾਲੀਆਂ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਨੇ। ਉਹਨਾਂ ਨੇ ਹੋਰਨਾਂ ਕਿਸਾਨ ਯੂਨੀਅਨਾਂ ਨੂੰ ਸਾਵਧਾਨ ਰਹਿਣ ਦੇ ਵਾਸਤੇ ਕਿਹਾ ਕਿ ਉਹ ਅਕਾਲੀ ਦਲ ਦੇ ਝਾਂਸੇ ਦੇ ਵਿੱਚ ਨਾ ਆਉਣ, ਜਿਨ੍ਹਾਂ ਨੇ ਇਸ ਕਾਲੇ ਕਾਨੂੰਨ ਨੂੰ ਬਣਾਉਣ ਦੇ ਲਈ ਮੋਹਰੀ ਰੋਲ ਨਿਭਾਉਂਦਿਆਂ ਮੁੱਢਲੇ ਦੌਰ ਦੇ ਵਿੱਚ ਆਪਣੇ ਭਾਈਵਾਲ ਭਾਜਪਾ ਨੂੰ ਸਹਿਯੋਗ ਦਿੱਤਾ। ਰਿਟ ਪਟੀਸ਼ਨ ਵਾਪਸ ਲੈਣ ਦੇ ਬਾਰੇ ਲੱਖੋਵਾਲ ਗਰੁੱਪ ਦੇ ਫੈਸਲੇ ਤੇ ਅਕਾਲੀ ਦਲ ਦੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਵੱਲ ਇਸ਼ਾਰਾ ਕਰਦਿਆਂ ਕੈਪਟਨ ਨੇ ਕਿਹਾ, ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਪਿੱਛੇ ਅਕਾਲੀ ਦਲ ਦੀ ਸਾਜ਼ਿਸ਼ ਹੈ ਜੋ ਸੱਤਾ ਦੀ ਲਾਲਸਾ ਦੇ ਵਿੱਚ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰ ਰਿਹਾ। ਉਹਨਾਂ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਦੇ ਉਸ ਬਿਆਨ ਨੂੰ ਕਿਸਾਨ ਸੰਗਠਨਾਂ ਦੇ ਸੰਘਰਸ਼ ਵਿੱਚ ਬਿਨਾਂ ਕਿਸੇ ਅਧਿਕਾਰ ਦੇ ਬੇਲੋੜੀ ਦਖਲ ਅੰਦਾਜ਼ੀ ਕਰਾਰ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਦੇ ਆਗੂ ਨੇ ਕਿਹਾ ਸੀ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਬਾਕੀ ਕਿਸਾਨ ਯੂਨੀਅਨਾਂ ਨਾਲ ਸਲਾਹ ਕੀਤੇ ਬਗੈਰ ਪਟੀਸ਼ਨ ਦਾਖਲ ਨਹੀਂ ਸੀ ਕਰਨੀ ਚਾਹੀਦੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਦਖਲ ਅੰਦਾਜ਼ੀ ਸਿਰਫ ਇਹੋ ਸਾਬਤ ਕਰਦੀ ਹੈ ਕਿ ਅਕਾਲੀਆਂ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਦਰਮਿਆਨ ਸਮਝੌਤਾ ਹੋਇਆ, ਜਿਹੜੇ ਆਪਣੇ ਅਕਾਲੀ ਦਲ ਦੇ ਦੋਸਤਾਂ ਨੂੰ ਖੁਸ਼ ਕਰਨ ਦੇ ਲਈ ਕਿਸਾਨਾਂ ਦੇ ਹਿੱਤ ਵੇਚਣ ਦੇ ਵਿੱਚ ਵੀ ਪਿੱਛੇ ਨਹੀਂ ਹਟਦੇ। ਕੈਪਟਨ ਨੇ ਕਿਹਾ ਕਿ ਸਾਰੇ ਮਾਮਲੇ ਤੋਂ ਸਪਸ਼ਟ ਹੋ ਰਿਹਾ ਕਿ ਇਹ ਸਾਜ਼ਿਸ਼ ਕੇਂਦਰ ਦੇ ਵਿੱਚ ਬੈਠੀ ਭਾਜਪਾ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਘੜੀ ਹੈ। ਨਰਿੰਦਰ ਮੋਦੀ ਸਰਕਾਰ ਖੇਤੀ ਖੇਤਰ ਦੀ ਨੀਂਹ ਤੋੜਨ ਤੇ ਕਿਸਾਨੀ ਭਾਈਚਾਰੇ ਨੂੰ ਤਬਾਹ ਕਰਨ ਤੇ ਤੁਲੀ ਹੈ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਸੋਚਦੀ ਸੀ ਕਿ ਕਰੋਨਾ ਮਹਾਮਾਰੀ ਦੌਰਾਨ 3 ਕਾਨੂੰਨ ਲਿਆ ਕੇ ਇਸ ਦੇ ਵਿਰੋਧ ਨੂੰ ਰੋਕ ਦੇਵੇਗੀ, ਕਿਉਂਕਿ ਕਿਸਾਨ ਮਹਾਮਾਰੀ ਦੇ ਚੱਲਦਿਆਂ ਸੜਕਾਂ ਦੇ ਉੱਤੇ ਨਹੀਂ ਆਉਣਗੇ। ਕਿਸਾਨਾਂ ਦੇ ਜ਼ਬਰਦਸਤ ਰੋਹ ਨੂੰ ਦੇਖਦਿਆਂ ਭਾਜਪਾ ਦੇ ਹੋਸ਼ ਉੱਡ ਗਏ ਨੇ, ਜਿਹੜੇ ਕਿਸਾਨ ਆਪਣੀ ਰੋਜ਼ੀ ਰੋਟੀ ਦੇ ਲਈ ਕੋਵਿਡ ਤੇ ਡਾਂਗਾਂ ਦਾ ਵੀ ਸਾਹਮਣਾ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਪਿਛਲੇ 2 ਦਿਨਾਂ ਦੇ ਵਿੱਚ ਲਗਾਤਾਰ ਕਈ ਤਰ੍ਹਾਂ ਦੀਆਂ ਆਲੋਚਨਾਤਮਕ ਖਬਰਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ, ਨਾਲ ਦੀ ਨਾਲ ਇਹਨਾਂ ਦੇ ਪੁਰਾਣੇ ਚਿੱਠੇ ਜਿਹੜੇ ਉਹ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਆ। ਇੱਕ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਯੂਨੀਅਨ ਦੇ ਜਿਹੜੇ ਅਹੁਦੇਦਾਰ ਆ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਆ। ਬਰਨਾਲੇ ਦੇ ਵੱਲੋਂ ਵੀ ਕਈ ਅਸਤੀਫੇ ਸਾਹਮਣੇ ਆਏ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਹੁਣ ਇਸ ਯੂਨੀਅਨ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ, ਕੁਝ ਕੁ ਲੋਕਾਂ ਦੇ ਵੱਲੋਂ, ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ। ਅਸੀਂ ਸਾਰੇ ਕੰਮਕਾਜ ਦੇ ਉੱਤੇ ਕੋਈ ਕਿੰਤੂ ਨਹੀਂ ਕਰਦੇ, ਪਰ ਗੱਲ ਇਹ ਹੈ ਵੀ ਜਦੋਂ ਇਸ ਵਕਤ 31 ਕਿਸਾਨ ਯੂਨੀਅਨਾਂ ਇਕਜੁੱਟ ਹੋ ਕੇ ਲੜਾਈ ਲੜ ਰਹੀਆਂ, ਭਾਵੇਂ ਕਿ ਤੁਹਾਡੇ ਵਿਚਾਰਧਾਰਕ ਮਤਭੇਦ 3600 ਹੋਣ, ਪਰ ਜਦੋਂ ਕਿਸਾਨੀ ਦਾ ਮਸਲਾ ਇਸ ਵਕਤ ਸਭ ਦਾ ਸਾਂਝਾ, ਤਾਂ ਚਾਹੀਦਾ ਇਹ ਸੀ ਕਿ ਸਾਰਿਆਂ ਨੂੰ ਭਰੋਸੇ ਦੇ ਵਿੱਚ ਲੈ ਕੇ ਹੀ ਕੰਮ ਕੀਤਾ ਜਾਂਦਾ। ਭਾਵੇਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੋਵੇ, ਭਾਵੇਂ ਹੋਵੇ ਜੀ ਏਕਤਾ ਉਗਰਾਹਾਂ, ਤੇ ਭਾਵੇਂ ਕੋਈ ਹੋਰ ਹੋਵੇ, ਚਾਹੀਦਾ ਇਹ ਹੈ ਕਿ ਜੇਕਰ ਕਿਸੇ ਨੇ ਵੀ ਕੋਈ ਨਵਾਂ ਉਦਮ ਕਰਨਾ ਤਾਂ ਬਾਕੀਆਂ ਨੂੰ ਵੀ ਭਰੋਸੇ ਦੇ ਵਿੱਚ ਲੈ ਕੇ ਚੱਲਿਆ ਜਾਵੇ। ਜੇਕਰ ਕੋਈ ਵੀ ਇੱਕ ਲੀਹ ਪਾੜ ਕੇ ਚੱਲੂਗਾ ਤਾਂ ਬਾਕੀਆਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਜਾਊਗੀ ਕਿ ਇਹ ਹੁਣ ਲੰਬੜਦਾਰੀ ਦੇ ਚੱਕਰ ਦੇ ਵਿੱਚ ਹੈ, ਇਹ ਹੁਣ ਕਿਸੇ ਸਿਆਸੀ ਧਿਰ ਦੀ ਬੁੱਕਲ ਦੇ ਵਿੱਚ ਬਹਿ ਚੁੱਕੇ ਆ। ਇਹਨਾਂ ਦੇ ਮਨ ਦੇ ਵਿੱਚ ਹੁਣ ਕੋਈ ਚੋਰ ਆ ਗਿਆ, ਉਹ ਭਾਵੇਂ ਕੋਈ ਵੀ ਸਿਆਸੀ ਧਿਰ ਹੋਵੇ ਤੇ ਭਾਵੇਂ ਕੋਈ ਵੀ ਜਥੇਬੰਦੀ ਹੋਵੇ, ਉਹਨਾਂ ਦੀ ਆਪਸੀ ਸਾਂਝ ਦੀਆਂ ਕਨਸੂਆਂ ਤਾਂ ਮਿਲਣ ਗਈਆਂ, ਉਹਦੇ ਉੱਤੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋਣੇ ਵੀ ਕੁਦਰਤੀ ਆ। ਸੋ ਅਜਮੇਰ ਸਿੰਘ ਲੱਖੋਵਾਲ ਹੋਰਾਂ ਦੀ ਜਥੇਬੰਦੀ ਨੂੰ ਇਸ ਵਕਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਜਿਸ ਤਰੀਕੇ ਦੇ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਕਾਲੀ ਦਲ ਦੇ ਉੱਤੇ ਤਵਾ ਲਾਇਆ, ਇਹਦੇ ਮੁਤਲਕ ਇਹ ਵੀ ਕਹਿਣਾ ਬਣਦਾ ਕਿ ਜਿਹੜੀਆਂ ਰੈਲੀਆਂ ਰਾਹੁਲ ਗਾਂਧੀ ਨੇ ਕੱਢੀਆਂ, ਨਾ ਤਾਂ ਉਹ ਕਿਸਾਨੀ ਹੱਕ ਦੇ ਵਿੱਚ ਹੈ, ਜੋ ਚੰਡੀਗੜ੍ਹ ਦੇ ਵੱਲ ਕਾਫਲੇ ਲੈ ਕੇ ਅਕਾਲੀ ਦਲ ਦੇ ਆਗੂ ਗਏ ਆ, ਨਾ ਹੀ ਉਹਦੇ ਨਾਲ ਕਿਸਾਨੀ ਨੂੰ ਇੱਕ ਪੈਸੇ ਦਾ ਫਾਇਦਾ ਹੋਣਾ। ਇਹ ਰਾਜਨੀਤਿਕ ਗੱਲਾਂ ਹੈਗੀਆਂ। ਮੈਂ ਤਾਂ ਇਸ ਗੱਲ ਦੀ ਉਡੀਕ ਕਰ ਰਿਹਾ ਵੀ ਹੁਣ ਕਿਹਨੇ ਟਰੈਕਟਰਾਂ ਦੀ ਇੱਕ ਕਤਾਰ ਬਣਾਉਣੀ ਆ ਤੇ ਕਿਹੜੇ ਪਾਸੇ ਨੂੰ ਕੌਣ ਜਾਂਦਾ, ਕਿਉਂਕਿ ਦਿੱਲੀ ਵੱਲ ਜਾਣ ਦਾ ਹੀਆ ਕੋਈ ਨਹੀਂ ਕਰ ਰਿਹਾ ਤੇ ਪੰਜਾਬ ਦੇ ਵਿੱਚ ਹੀ ਸਾਰਾ ਪਖੰਡ ਜਿਹਾ ਕੀਤਾ ਜਾ ਰਿਹਾ ਜੀ ਕਿ ਅਸੀਂ ਇੱਥੇ ਬੈਠਾਂਗੇ, ਅਸੀਂ ਇੱਥੇ ਬੈਠਾਂਗੇ। ਪਰ ਇਸ ਦੌਰ ਦੇ ਵਿੱਚ ਵੀ, ਇਸ ਸਮੇਂ ਦੇ ਵਿੱਚ ਵੀ, ਜਦੋਂ ਕਿਸਾਨ ਜਥੇਬੰਦੀਆਂ ਨੇ 2 ਟੁਕ ਜਵਾਬ ਦੇ ਦਿੱਤਾ ਕੇਂਦਰ ਦੀ ਸਰਕਾਰ ਨੂੰ ਕਿ ਕੋਈ ਗੱਲਬਾਤ ਨਹੀਂ ਤੁਹਾਡੇ ਨਾਲ ਕਰਨੀ ਜਿੰਨੀ ਦੇਰ
ਤੱਕ ਤੁਸੀਂ ਬਿਨਾਂ ਸ਼ਰਤ ਆਪਣੇ ਕਾਨੂੰਨ ਵਾਪਸ ਨਹੀਂ ਲੈਂਦੇ, ਸਾਡੀ ਕੋਈ ਇੱਛਾ ਨਹੀਂ ਕਿ ਤੁਹਾਡੇ ਨਾਲ ਬੈਠੀਏ। ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਮਹੱਤਵਪੂਰਨ ਮੀਟਿੰਗ ਦੇ ਵਿੱਚ ਅੱਜ ਇਹ ਵੀ ਗੱਲ ਕੀਤੀ ਗਈ ਹੈ ਕਿ 15 ਅਕਤੂਬਰ ਨੂੰ ਅਸੀਂ ਦੁਬਾਰਾ ਮੀਟਿੰਗ ਕਰਾਂਗੇ ਇਸ ਮੁਤਲਕ। ਫਿਰ ਇਹ ਵੀ ਗੱਲ ਕਹੀ ਗਈ ਹੈ ਕਿ 9 ਅਕਤੂਬਰ ਨੂੰ 12 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ, ਯਾਨੀ ਕਿ 3 ਘੰਟੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਵੀ ਕੀਤੇ ਜਾਣਗੇ ਤੇ ਚੱਕਾ ਜਾਮ ਵੀ ਕੀਤਾ ਜਾਣਾ। ਇਹ ਵੀ ਗੱਲ ਕਹੀ ਗਈ ਹੈ ਕਿ 7 ਦਿਨ ਦਾ ਅਲਟੀਮੇਟਮ ਕੈਪਟਨ ਸਰਕਾਰ ਨੂੰ ਦਿੰਦੇ ਆ। ਕੈਪਟਨ ਸਰਕਾਰ ਨੇ ਅਲਟੀਮੇਟਮ ਦੇ ਉੱਤੇ ਤਾਂ ਕਾਂਟਾ ਫੇਰ ਦਿੱਤਾ ਹੈ। ਬਾਕੀ ਗੱਲਾਂ ਉਹਨਾਂ ਨੇ ਕਹੀਆਂ ਕਿ ਜੀ ਇਹ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਸੀ ਹਾਂ ਤੇ ਰਹਾਂਗੇ। ਸੋ ਇਸ ਵਕਤ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਬਿਨਾਂ ਕਿਸੇ ਰਾਜਨੀਤਿਕ ਲਾਗ ਲਪੇਟ ਦੇ ਸਹੀ ਤਰੀਕੇ ਦੇ ਨਾਲ ਕੰਮਕਾਜ ਕਰ ਰਹੀਆਂ, ਜਿਹੜੀਆਂ ਵੀ ਖੇਤ ਮਜ਼ਦੂਰ ਜਥੇਬੰਦੀਆਂ ਨਿੱਠ ਕੇ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ ਪਈਆਂ ਹੋਈਆਂ, ਉਹਨਾਂ ਸਾਰੀਆਂ ਨੂੰ ਸਲਾਮ ਕਰਨੀ ਬਣਦੀ ਹੈ। ਭਾਵੇਂ ਅੰਦੋਲਨ ਆਉਂਦੇ ਸਮੇਂ ਦੇ ਵਿੱਚ ਜਿੱਧਰ ਨੂੰ ਮਰਜ਼ੀ ਮੋੜ ਕੱਟੇ, ਪਰ ਇੰਨੇ ਲੰਮੇ ਸਮੇਂ ਦੇ ਵਿੱਚ ਦਮ ਫੁੱਲਣਾ ਕੁਦਰਤੀ ਹੁੰਦਾ। ਪਰ ਜਿਸ ਤਰੀਕੇ ਦੇ ਨਾਲ ਹਾਲੇ ਵੀ ਅਕੀਦੇ ਦੇ ਪੱਕੇ ਸਾਡੇ ਕਿਸਾਨ, ਜਿਸ ਤਰੀਕੇ ਦੇ ਨਾਲ ਜਥੇਬੰਦੀਆਂ ਹਾਲੇ ਵੀ ਦ੍ਰਿੜ ਇਰਾਦੇ ਦੇ ਉੱਤੇ ਮਜ਼ਬੂਤ ਹੈ, ਉਹਨਾਂ ਨੂੰ ਇਹ ਗੱਲ ਕਹਿਣੀ ਬਣਦੀ ਹੈ ਕਿ ਤੁਹਾਡੇ ਦੇ ਉੱਤੇ ਮਾਣ ਆ ਸਾਨੂੰ, ਪਰ ਤੁਸੀਂ ਵੀ ਇਸ ਵਕਤ ਡਟੇ ਰਹੋ ਤੇ ਇਸ ਵਕਤ ਪੂਰੇ ਪੰਜਾਬ ਦੀ ਸਪੋਰਟ ਆ, ਜਿਹੜੀ ਪੂਰੇ ਪੰਜਾਬ ਦੀ ਜਿਹੜੀ ਇਸ ਵਕਤ ਸਹਾਇਤਾ ਉਹ ਤੁਹਾਡੇ ਨਾਲ ਜੁੜੀ ਹੋਈ ਹੈ। ਸੋ ਜ਼ਰੂਰਤ ਵੀ ਇਸ ਗੱਲ ਦੀ ਹੈ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਸਬਕ ਸਿਖਾਇਆ ਜਾਵੇ ਕਿ ਜੋ ਕੁਝ ਉਹਨਾਂ ਦੇ ਵੱਲੋਂ ਆਪਣੇ ਮਨੋਂ ਚਿੱਤੋਂ ਫੈਸਲੇ ਕਰ ਲਏ ਜਾਂਦੇ ਆ, ਉਹਨਾਂ ਨੂੰ ਸਾਰੇ ਲੋਕ ਪਰਵਾਹ ਨਹੀਂ ਕਰਦੇ। ਇੱਕ ਹੋਰ ਬੜੀ ਮਹੱਤਵਪੂਰਨ ਗੱਲ ਆ, ਅੱਜ ਇੱਕ ਭਾਜਪਾ ਨੇਤਾ ਨੇ ਕਿਹਾ, ਕਹਿੰਦਾ ਜੀ ਇਹ ਖੇਤੀ ਬਿੱਲ ਬਹੁਤ ਵਧੀਆ, MSP ਜਾਰੀ ਰਹੂਗੀ। ਤੇ ਫਿਰ ਜਦੋਂ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਜੇਕਰ MSP ਬਰਕਰਾਰ ਰਹਿਣੀ ਆ ਤਾਂ ਜਿਹੜਾ ਇਹ ਕਾਨੂੰਨ ਆ ਇਹਦੇ ਵਿੱਚ 2 ਲਾਈਨਾਂ ਕਿਉਂ ਨਹੀਂ ਪਾ ਦਿੰਦੇ ਕਿ MSP ਬਰਕਰਾਰ ਰਹੂਗੀ, ਉਹਦੇ ਵਿੱਚ 17 ਕਿਹੜੀ ਗੱਲੋਂ ਨਹੀਂ ਪਾਈਆਂ ਜਾਂਦੀਆਂ? ਜੋ ਇਸ ਕਾਨੂੰਨ ਦੇ ਵਿੱਚ ਇਹ ਗੱਲ ਦਰਜ ਹੈ ਵੀ ਜੇਕਰ ਕਿਸੇ ਵੀ ਕਿਸਾਨ ਦਾ ਕੋਈ ਖੇਤੀ ਨਾਲ ਸੰਬੰਧਿਤ ਮਸਲਾ ਉਲਝ ਜਾਂਦਾ ਤਾਂ ਉਹ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਸਕੂਗਾ, ਉਹਨੂੰ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਪਊਗੀ। ਇਹਦੇ ਵਿੱਚ ਇੱਕ ਲਾਈਨ ਇਹ ਵੀ ਪਾ ਦਿੱਤੀ ਜਾਵੇ ਕਿ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਜੇਕਰ ਕੋਈ ਵਿਵਾਦ ਪੈਦਾ ਹੋ ਜੇ। ਇਹਨਾਂ ਗੱਲਾਂ ਦੇ ਉੱਤੇ ਭਾਜਪਾ ਆਗੂ ਭੱਜ ਜਾਂਦੇ ਆ ਤੇ ਬਾਕੀ ਸਾਰੀਆਂ ਗੱਲਾਂ ਦੇ ਉੱਤੇ ਉਹ ਕਹਿੰਦੇ ਵੀ ਅਸੀਂ ਸਹੀ ਤਰੀਕੇ ਨਾਲ ਪਹਿਰਾ ਦੇ ਰਹੇ ਹਾਂ। ਨਵਜੋਤ ਸਿੰਘ ਸਿੱਧੂ ਦੇ ਬਾਬਤ ਲਗਾਤਾਰ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ। ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ, ਭਾਜਪਾ 'ਚ ਜਾਣਗੇ, ਆਪਣੀ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ ਧਿਰ ਦੇ ਨਾਲ ਜੁੜਨਗੇ, ਇਹਦੇ ਬਾਬਤ ਜਿੰਨੇ ਮੂੰਹ ਆ ਉਨੀਆਂ ਗੱਲਾਂ। ਹਾਲਾਂਕਿ ਸਿੱਧੂ ਆਪਣੇ ਮੂੰਹੋਂ ਕੁਝ ਨਹੀਂ ਬੋਲ ਰਹੇ, ਪਰ ਲੋਕ ਲਗਾਤਾਰ ਤੇ ਖਾਸ ਕਰਕੇ ਮੀਡੀਆ, ਜਿਹੜਾ ਸੋਸ਼ਲ ਮੀਡੀਆ, ਉਹਦੇ ਉੱਤੇ ਲਗਾਤਾਰ ਵੱਖੋ ਵੱਖਰੇ ਵਿਚਾਰਾਂ ਦਾ ਪ੍ਰਗਟਾਵਾ ਹੋ ਰਿਹਾ। ਪਰ ਇੱਕ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਹਰੀਸ਼ ਰਾਵਤ ਹੋਰਾਂ ਦੇ ਵੱਲੋਂ ਵਿਚਾਰ ਪ੍ਰਗਟ ਕੀਤੇ ਗਏ ਸਿੱਧੂ ਦੇ ਮੁਤਲਕ। ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਜੀ ਕਿ ਸਿੱਧੂ ਸਾਡਾ ਸਟਾਰ ਪ੍ਰਚਾਰਕ ਵੀ ਹੈ, ਸਿੱਧੂ ਦੇ ਉੱਤੇ ਸਾਨੂੰ ਮਾਣ ਵੀ ਹੈ, ਸਿੱਧੂ ਦੇ ਉੱਤੇ ਸਾਨੂੰ ਰਸ਼ਕ ਹੈ। ਨਾਲ ਹੀ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਜੀ ਕਿ ਬੱਧਨੀ ਕਲਾਂ ਵਾਲੀ ਰੈਲੀ ਦੇ ਵਿੱਚ ਤਾਂ ਮੰਚ ਦੇ ਉੱਤੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕੈਬਨਿਟ ਮੰਤਰੀ ਆ, ਇਹਨਾਂ ਦਰਮਿਆਨ ਤਲਖ ਕਲਾਮੀ ਸਾਹਮਣੇ ਆਈ, ਤਾਂ ਰਾਵਤ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਮੈਂ ਹੀ ਪਰਚੀ ਦੇ ਕੇ ਰੰਧਾਵਾ ਨੂੰ ਭੇਜਿਆ ਸੀ ਕਿ ਸਿੱਧੂ ਸਾਹਿਬ ਦੇ ਮੂਹਰੇ ਰੱਖ ਦਿਓ ਤੇ ਉਹਨਾਂ ਨੇ ਮੇਰੇ ਕਹੇ ਮੁਤਾਬਕ ਸਾਰਾ ਕੁਝ ਕੀਤਾ, ਇਹਦੇ ਵਿੱਚ ਰੰਧਾਵਾ ਹੋਰਾਂ ਦੀ ਕੋਈ ਗਲਤੀ ਨਹੀਂ। ਤੇ ਪੱਤਰਕਾਰਾਂ ਨੇ ਕਿਹਾ ਜੀ ਕਿ ਫਿਰ ਸਿੱਧੂ ਦੀ ਗਲਤੀ ਆ। ਉਹ ਕਹਿੰਦੇ ਵੀ ਉਹਦਾ ਇਹ ਆਪਣਾ ਅੰਦਾਜ਼ ਆ, ਪਰ ਕਿਸੇ ਨੂੰ ਕਿਸੇ ਉੱਤੇ ਕੋਈ ਇਤਰਾਜ਼ ਨਹੀਂ ਤੇ ਕਾਂਗਰਸ ਪਾਰਟੀ ਇਕਜੁੱਟ ਹੈਗੀ ਆ। ਸੋ ਅੱਜ ਪੱਤਰਕਾਰਾਂ ਨੇ ਸਵਾਲ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ। ਕੈਪਟਨ ਸਾਹਿਬ ਨੇ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਕਹਿਤੀ ਆ ਵੀ ਲਗਾਤਾਰ ਕਿਹਾ ਜਾ ਰਿਹਾ ਕਿ ਸਿੱਧੂ ਕਾਂਗਰਸ ਦਾ ਪ੍ਰਧਾਨ ਬਣ ਸਕਦਾ, ਸਿੱਧੂ ਐਂ ਹੋ ਸਕਦਾ। ਜਿਹੜੇ ਬੰਦੇ ਨੂੰ ਹਾਲੇ 3-4 ਸਾਲ ਹੀ ਪਾਰਟੀ ਦੇ ਵਿੱਚ ਆਏ ਨੂੰ ਹੋਏ ਹੋਣ, ਉਸ ਬੰਦੇ ਨੂੰ ਕਾਂਗਰਸ ਦਾ ਪ੍ਰਧਾਨ ਕਿਵੇਂ ਬਣਾਇਆ ਜਾ ਸਕਦਾ? ਉਹਨਾਂ ਨੇ ਕਿਹਾ ਜੀ ਕਿ ਬਿਜਲੀ ਮਹਿਕਮਾ ਹਾਲੇ ਵੀ ਖਾਲੀ ਪਿਆ, ਜੇਕਰ ਉਹ ਸੰਭਾਲਣਾ ਚਾਹੁਣ ਤਾਂ ਆ ਕੇ ਸੰਭਾਲ ਸਕਦੇ ਆ ਤੇ ਨਿੱਠ ਕੇ ਆਪਦਾ ਕੰਮਕਾਜ ਕਰ ਸਕਦੇ ਆ। ਮਤਲਬ ਇਹ ਆ ਕਿ ਸਿੱਧੂ ਵੀ ਟਸ ਤੋਂ ਮਸ ਨਹੀਂ ਹੋ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਕੀਰ ਖਿੱਚੀ ਹੋਈ ਆ ਕਿ ਭਾਈ ਜੇਕਰ ਆਉਣਾ ਤਾਂ ਫਿਰ ਇੱਧਰ ਦੀ ਆ ਜਾਓ, ਨਹੀਂ ਆਉਣਾ ਤਾਂ ਫਿਰ ਜਿੱਥੇ ਤੁਸੀਂ ਹੈਗੇ ਆ ਆਪਦਾ ਰਾਜ਼ੀ ਰਹੋ, ਖੁਸ਼ੀ ਰਹੋ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ। ਹਰੀਸ਼ ਰਾਵਤ ਦਾ ਕਹਿਣਾ ਕਿ ਪਾਰਟੀ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਚੱਲ ਰਹੀ। ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਹੋਈ ਮੋਗੇ ਦੀ ਰੈਲੀ ਦੇ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭਾਸ਼ਣ ਦੌਰਾਨ ਸਿੱਧੂ ਨੂੰ ਰੋਕਣ ਨੂੰ ਲੈ ਕੇ ਹਰੀਸ਼ ਰਾਵਤ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਰੰਧਾਵਾ ਦੀ ਵੀ ਕੋਈ ਗਲਤੀ ਨਹੀਂ ਹੈ, ਸਗੋਂ ਮੈਂ ਹੀ ਪਰਚੀ ਦੇ ਕੇ ਉਹਨਾਂ ਨੂੰ ਸਿੱਧੂ ਦੇ ਕੋਲ ਭੇਜਿਆ ਸੀ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਕੋਈ ਗਲਤੀ ਨਹੀਂ ਕੀਤੀ, ਉਹਨਾਂ ਨੇ ਜੋ ਵੀ ਕੀਤਾ ਇਹ ਉਹਨਾਂ ਦਾ ਆਪਣਾ ਸਟਾਈਲ ਹੈ। ਉਹਨਾਂ ਨੇ ਸਿੱਧੂ ਨੂੰ ਸੂਬਾ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਸਿੱਧੂ ਨੇ ਪਾਰਟੀ ਦੇ ਵਿੱਚ ਕਿਸੇ ਕਿਸਮ ਦੇ ਕੋਈ ਅਹੁਦੇ ਦੀ ਮੰਗ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਦੇਣ ਬਾਰੇ ਪਾਰਟੀ ਹਾਈਕਮਾਨ ਵੱਲੋਂ ਫੈਸਲਾ ਕੀਤਾ ਜਾਵੇਗਾ। 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਬਾਰੇ ਅਜੇ ਕੁਝ ਵੀ ਤੈਅ ਨਹੀਂ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਦੇ ਵਿੱਚ ਸਿੱਧੂ ਦੇ ਲਈ ਸੂਬਾ ਪ੍ਰਧਾਨ ਦਾ ਜਾਂ ਡਿਪਟੀ ਮੁੱਖ ਮੰਤਰੀ ਦਾ ਕੋਈ ਵੱਡਾ ਅਹੁਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਰਾਏ ਲਈ ਜਾਵੇਗੀ ਤੇ ਫਿਰ ਹਾਈ ਕਮਾਨ ਦੇ ਕੋਲੋਂ ਫੈਸਲਾ ਲਿਆ ਜਾਵੇਗਾ।
ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰੀਸ਼ ਰਾਵਤ ਹੋਰੀ ਇਹ ਖੁਦ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਵਿੱਚ ਕੋਈ ਮਹੱਤਵਪੂਰਨ ਭੂਮਿਕਾ ਮਿਲੇ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਜਿਸ ਦਿਨ ਪਟਿਆਲੇ ਵਾਲੀ ਰੈਲੀ ਸੀ, ਪੱਤਰਕਾਰਾਂ ਨੇ ਹਰੀਸ਼ ਰਾਵਤ ਹੋਰਾਂ ਨੂੰ ਸਵਾਲ ਕੀਤਾ ਵੀ ਸਿੱਧੂ ਹੋਰੀ ਅੱਜ ਫੇਰ ਨਹੀਂ ਰੈਲੀ ਦੇ ਵਿੱਚ ਆਏ ਤੇ ਨਾ ਹੀ ਸੰਗਰੂਰ ਵਾਲੀ ਰੈਲੀ ਦੇ ਵਿੱਚ ਆਏ ਸੀ। ਉਹਨਾਂ ਨੇ ਕਿਹਾ ਜੀ ਕਿ 3 ਦਿਨ ਦੀਆਂ ਰੈਲੀਆਂ ਦਾ ਪ੍ਰੋਗਰਾਮ ਸੀ, 1 ਦਿਨ ਦਾ ਸਮਾਂ ਸਿੱਧੂ ਹੋਰਾਂ ਨੇ ਦਿੱਤਾ ਸੀ, ਉਹਨਾਂ ਨੇ 1 ਦਿਨ ਸਾਨੂੰ ਦਿੱਤਾ ਤੇ ਹੁਣ ਜੇਕਰ ਉਹ ਆਉਣਗੇ ਤਾਂ ਉਹਨਾਂ ਨੂੰ ਅਸੀਂ ਬਹੁਤ ਸਵਾਗਤ ਕਰਾਂਗੇ। ਪਰ ਉਹਨਾਂ ਨੇ ਇੱਕ ਵੀ ਸ਼ਬਦ ਸਿੱਧੂ ਦੇ ਖਿਲਾਫ ਨਹੀਂ ਬੋਲਿਆ। ਸਿੱਧੂ ਹੋਰਾਂ ਨੇ ਘਰ ਦੇ ਵਿੱਚ 3 ਦਿਨ ਲਗਾਤਾਰ ਜਾ ਕੇ ਤੇ ਉਹ ਬਦਨੀ ਕਲਾਂ ਵਾਲੀ ਰੈਲੀ ਦੇ ਵਿੱਚ ਲੈ ਕੇ ਆਏ ਸੀ। ਇਸ ਕਰਕੇ ਹਰੀਸ਼ ਰਾਵਤ ਆ ਜਿਹੜੇ ਉਹ ਕਾਂਗਰਸ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਇੱਕ ਵੱਖਰੀ ਗੱਲ ਆ ਵੀ ਕਾਂਗਰਸ ਦੇ ਵਿੱਚ ਪੰਜਾਬ ਦੇ ਅੰਦਰ ਵੰਡੀਆਂ ਹੀ ਇੰਨੀਆਂ ਪਈਆਂ ਹੋਈਆਂ ਜਿਹਦੇ ਕਰਕੇ ਰੌਲਾ ਦਰ ਰੌਲਾ ਲਗਾਤਾਰ ਵੱਧਦਾ ਨਜ਼ਰ ਆ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਹਰੀਸ਼ ਰਾਵਤ ਹੋਰਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਜਿਹੜੇ ਅਹੁਦੇ ਤੁਸੀਂ ਕਹਿ ਰਹੇ ਆ ਵੀ ਕੀ ਆ ਵੀ ਮਿਲ ਸਕਦਾ ਸਿੱਧੂ ਨੂੰ, ਕੀ ਆ ਵੀ ਮਿਲ ਸਕਦਾ, ਜੇਕਰ ਇਹ ਕੁਝ ਮਿਲ ਜਾਵੇ ਤਾਂ ਤੁਹਾਡੇ ਮੂੰਹ ਦੇ ਵਿੱਚ ਘਿਓ ਸ਼ੱਕਰ। ਇਹਦਾ ਅਰਥ ਇਹ ਹੋਇਆ, ਇਹਦਾ ਮਤਲਬ ਇਹ ਆ ਕਿ ਉਹ ਖੁਦ ਚਾਹੁੰਦੇ ਆ ਕਿ ਜੋ ਕੁਝ ਪੱਤਰਕਾਰ ਅੰਦਾਜ਼ੇ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ ਆ, ਜੇਕਰ ਇਦਾਂ ਹੋ ਵੀ ਜਾਵੇ ਤਾਂ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਆ। ਤੇ ਤੀਜੀ ਸਭ ਤੋਂ ਮਹੱਤਵਪੂਰਨ ਤੇ ਵੱਡੀ ਗੱਲ ਇਹ ਆ ਕਿ ਸਿੱਧੂ ਹੋਰੀ ਕਿਹੜੇ ਪਾਸੇ ਜਾਣਗੇ ਤੇ ਉਹਨਾਂ ਨੂੰ ਕਿਵੇਂ ਮਨਾਇਆ ਜਾਊਗਾ, ਇਹ ਆਉਣ ਵਾਲਾ ਵਕਤ ਦੱਸੂਗਾ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਗੱਲ ਕਹਿਤੀ ਆ ਵੀ ਕੋਈ ਸੂਬਾ ਪ੍ਰਧਾਨ ਬਣਾਉਣ ਦੀ ਯੋਜਨਾ ਨਹੀਂ। ਇਸ ਤੋਂ ਪਹਿਲਾਂ ਉਹਨਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਡਿਪਟੀ ਮੁੱਖ ਮੰਤਰੀ ਦਾ 1% ਵੀ ਕੋਈ ਅਹੁਦਾ ਆਉਂਦੇ ਸਮੇਂ ਦੇ ਵਿੱਚ ਨਹੀਂ ਹੋਣਾ। ਸੋ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋਣੀ ਆ। ਇਸ ਮੀਟਿੰਗ ਦੇ ਵਿੱਚ ਕੀ ਮਹੱਤਵਪੂਰਨ ਫੈਸਲਾ ਲਿਆ ਜਾਂਦਾ ਇਹ ਵਕਤ ਬਿਆਨ ਕਰੂਗਾ। ਪਰ ਜੇ ਅਸੀਂ ਗੱਲ ਕਰਦੇ ਭਾਜਪਾ ਦੀ, ਭਾਜਪਾ ਦੇ ਵੱਲੋਂ ਲਗਾਤਾਰ ਇਹ ਗੱਲ ਨਿੱਠ ਕੇ ਆਖੀ ਜਾ ਰਹੀ ਹੈ, ਖਾਸ ਕਰਕੇ ਮਾਸਟਰ ਮੋਹਨ ਲਾਲ ਦੇ ਵੱਲੋਂ, ਜਿਹੜੇ ਕਿ ਸਾਬਕਾ ਬੀਜੇਪੀ ਦੇ ਮੰਤਰੀ ਆ ਪੰਜਾਬ ਦੇ। ਉਹ ਕਹਿੰਦੇ ਜੀ ਕਿ ਸਿੱਧੂ ਜੋੜੇ ਦੀ ਹਮੇਸ਼ਾ ਇਹ ਮੰਗ ਹੁੰਦੀ ਸੀ ਕਿ ਭਾਜਪਾ ਅਕਾਲੀ ਦਲ ਦੇ ਨਾਲੋਂ ਕਿਨਾਰਾ ਕਰ ਲਵੇ ਤੇ ਅਸੀਂ ਵਾਪਸ ਪਾਰਟੀ ਦੇ ਵਿੱਚ ਆ ਸਕਦੇ ਹਾਂ। ਹੁਣ ਅਸੀਂ ਕਿਨਾਰਾ ਵੀ ਕਰ ਲਿਆ ਤੇ ਹੁਣ ਇਹਨਾਂ ਨੂੰ ਆ ਜਾਣਾ ਚਾਹੀਦਾ। ਮਾਸਟਰ ਮੋਹਨ ਲਾਲ ਤਾਂ ਹਿੱਕ ਥਾਪੜ ਕੇ ਵੀ ਗੱਲ ਕਹਿੰਦੇ ਆ ਕਿ ਸਿੱਧੂ ਹੋਰੀ 2022 ਦੇ ਵਿੱਚ ਭਾਜਪਾ ਦੇ ਵੱਲੋਂ ਹੀ ਚੋਣ ਲੜਨਗੇ ਪੰਜਾਬ ਦੇ ਵਿੱਚ। ਇਹ ਹੁਣ ਵਕਤ ਦੱਸੂਗਾ ਵੀ ਸੱਚੀ ਮੁੱਚੀ ਉਹਨਾਂ ਦੀ ਭਵਿੱਖਬਾਣੀ, ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਦਾਅਵਾ ਸਹੀ ਸਾਬਤ ਹੁੰਦਾ ਕਿ ਨਹੀਂ ਹੁੰਦਾ। ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਜਿਹੜੇ ਵੇਲੇ ਪੰਜਾਬ ਦੇ ਵਿੱਚ ਭਾਜਪਾ ਦੀ ਕਿਰਕਰੀ ਹੀ ਲਗਾਤਾਰ ਹੋ ਰਹੀ ਹੈ, ਭਾਜਪਾ ਦੇ ਜਿਹੜੇ ਨੇਤਾ ਨੇ ਪੰਜਾਬ ਦੇ, ਉਹਨਾਂ ਦੇ ਕਿਸਾਨਾਂ ਵੱਲੋਂ ਝੱਗੇ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਵਕਤ ਸਿੱਧੂ ਜੋੜਾ ਵੀ ਇਹੋ ਜਿਹੀ ਗੱਲ ਨਹੀਂ ਕਰੂਗਾ ਕਿ ਉਹ ਭਾਜਪਾ ਵਾਲੇ ਪਾਸੇ ਤੁਰ ਪਏ। ਕਿਉਂਕਿ ਭਰੋਸੇਯੋਗ ਸੂਤਰ ਇਹ ਦੱਸਦੇ ਆ ਵੀ ਹੋ ਸਕਦਾ ਉਹ ਚਲੇ ਵੀ ਜਾਂਦੇ, ਕਿਉਂਕਿ ਬੀਜੇਪੀ ਨੂੰ ਵੀ ਇੱਕ ਸਿੱਖ ਚਿਹਰਾ ਚਾਹੀਦਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਇੱਕ ਇਹੋ ਜਿਹਾ ਮੰਚ, ਇੱਕ ਇਹੋ ਜਿਹਾ ਅਖਾੜਾ ਚਾਹੀਦਾ ਜਿੱਥੇ ਉਹ ਖੁੱਲ੍ਹ ਕੇ ਪ੍ਰਦਰਸ਼ਨ ਕਰ ਸਕਣ। ਤੇ ਕਾਂਗਰਸ ਦੇ ਵਿੱਚ ਉਹ ਪਿਛਲੇ 15-16 ਮਹੀਨਿਆਂ ਤੋਂ ਖੁੱਲ੍ਹ ਕੇ ਤਾਂ ਕੀ ਘੁੱਟ ਕੇ ਵੀ ਪ੍ਰਦਰਸ਼ਨ ਨਹੀਂ ਕਰ ਸਕੇ। ਪਰ ਇਹੋ ਜਿਹੇ ਹਾਲਾਤ ਬਣੇ ਪਏ ਆ ਪੰਜਾਬ ਦੇ ਵਿੱਚ ਬੀਜੇਪੀ ਦੇ ਕਿ ਉਹ ਨਿੱਠ ਕੇ ਕੁਝ ਕਰ ਨਹੀਂ ਸਕਦੇਗੇ। ਇਸ ਕਰਕੇ ਉਹ ਵੇਲਾ ਉਡੀਕਣਗੇ ਕਿ ਕਾਂਗਰਸ ਦੇ ਵਿੱਚ ਮੈਨੂੰ ਕੋਈ ਜਗ੍ਹਾ ਮਿਲਦੀ ਹੈ ਜਾਂ ਫਿਰ ਬੀਜੇਪੀ ਦਾ ਜਿਹੜਾ ਵਿਰੋਧ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਆਉਂਦੇ ਸਮੇਂ ਦੇ ਵਿੱਚ ਠੱਲਿਆ ਜਾਂਦਾ। ਉਸ ਤੋਂ ਬਾਅਦ ਕੋਈ ਮਹੱਤਵਪੂਰਨ ਫੈਸਲਾ ਉਹ ਕਿਤੇ ਵੀ ਜਾਣ ਦੇ ਬਾਬਤ ਕਰ ਸਕਦੇ ਆ। ਪੰਜਾਬ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਕਟੌਤੀ ਹੋਈ ਹੈ। ਅੱਜ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਵੀ ਘੱਟ ਹੈ ਤੇ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ 1000 ਤੋਂ ਥੱਲੇ ਹੈ। ਪੰਜਾਬ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1500, 1800, 1900, 1700, 1300 ਹਰ ਰੋਜ਼ ਹੁੰਦੀ ਰਹੀ ਹੈ। ਪਰ ਪੰਜਾਬ ਦੇ ਵਿੱਚ ਹੁਣ ਲਗਾਤਾਰ ਕਰੋਨਾ ਪੀੜਤਾਂ ਦੀ ਗਿਣਤੀ ਦਾ ਘਟਣਾ ਸਵਾਲ ਵੀ ਖੜੇ ਕਰਦਾ ਤੇ ਤਸੱਲੀ ਦਾ ਅਹਿਸਾਸ ਵੀ ਕਰਾਉਂਦਾ। ਹਾਲਾਂਕਿ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਕਿ ਇਸ ਵਕਤ ਜਿਹੜੇ ਮਰੀਜ਼ ਹੈਗੇ ਪੰਜਾਬ ਦੇ ਵਿੱਚ ਉਹ ਵੀ ਜਲਦੀ ਤੰਦਰੁਸਤ ਹੋਣ ਤੇ ਮੌਤ ਦੀ ਦਰ ਹੋਰ ਘਟੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਪਹਿਲਾਂ ਵੀ ਦਵਾਈ ਨਹੀਂ ਸੀ ਤੇ ਹੁਣ ਵੀ ਦਵਾਈ ਨਹੀਂ, ਪਹਿਲਾਂ ਇਕੱਠ ਹੁੰਦੇ ਨਹੀਂ ਸੀ ਤੇ ਹੁਣ ਇਕੱਠ ਲਗਾਤਾਰ ਹੋ ਰਹੇ ਆ। ਪਰ ਇਸ ਦੇ ਬਾਵਜੂਦ ਕਰੋਨਾ ਕਿਵੇਂ ਘਟਣ ਲੱਗ ਗਿਆ? ਲੋਕਾਂ ਦੇ ਵੱਡੇ ਹਿੱਸੇ ਦਾ ਕਹਿਣਾ ਕਿ ਇਹ ਤਾਂ ਬਹੁਤ ਕੋਈ ਚਮਤਕਾਰੀ ਗੱਲ ਹੈ ਕਿ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਕਰੋਨਾ ਲਗਾਤਾਰ ਘਟੀ ਜਾਂਦਾ। ਹਾਲਾਂਕਿ ਸਭ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿਉਂਕਿ ਸੜਕਾਂ ਦੇ ਉੱਤੇ ਪਹਿਲਾਂ ਵਾਂਗੂ ਚਹਿਲ ਪਹਿਲ ਆ, ਬਾਜ਼ਾਰਾਂ ਦੇ ਵਿੱਚ ਪਹਿਲਾਂ ਵਾਂਗੂ ਚਹਿਲ ਪਹਿਲ ਆ। ਇਹ ਇੱਕ ਵੱਖਰੀ ਗੱਲ ਆ ਵੀ ਕਰੋਨਾ ਮਹਾਮਾਰੀ ਦੇ ਕਰਕੇ ਕਾਰੋਬਾਰ ਛੁੱਟ ਗਏ ਤੇ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਪੈ ਗਿਆ, ਜਿਹਦੇ ਕਰਕੇ ਉਹਨਾਂ ਦੇ ਕੋਲੇ ਪਹਿਲਾਂ ਵਾਂਗੂ ਖਰੀਦਦਾਰੀ ਕਰਨ ਦੇ ਲਈ ਪੈਸੇ ਨਹੀਂ। ਦੁਕਾਨਦਾਰ ਵਿਚਾਰੇ ਰੋਂਦੇ ਆ ਵੀ ਜੇਕਰ ਪਹਿਲਾਂ 100% ਦੀ ਖਰੀਦਦਾਰੀ ਹੁੰਦੀ ਸੀ, ਅਸੀਂ ਵੇਚਦੇ ਸੀ ਸਮਾਨ, ਲੋਕ ਖਰੀਦਦੇ ਸੀਗੇ, ਹੁਣ ਉਹ 35 ਜਾਂ 40% ਦੀ ਰਹਿ ਗਿਆ। ਪਰ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਵੀ ਗੱਲ ਫਿਰ ਤਾਬੇ ਆ ਜੇ, ਪਹਿਲਾਂ ਵਾਂਗੂ ਗੱਡੀ ਲੀਹ ਦੇ ਉੱਤੇ ਚੜ੍ਹ ਜੇ। ਪਰ ਕਰੋਨਾ ਦੇ ਕੇਸਾਂ ਦੀ ਗਿਣਤੀ ਦਾ ਘਟਣਾ, ਮੌਤਾਂ ਦੀ ਗਿਣਤੀ ਦੇ ਵਿੱਚ ਅਚਾਨਕ ਕਟੌਤੀ ਹੋਣੀ, ਇਹ ਕੁਝ ਕੁ ਸਵਾਲ ਪੈਦਾ ਕਰਦੀ ਜ਼ਰੂਰ ਗੱਲ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ 852 ਨਵੇਂ ਕਰੋਨਾ ਪੇਸ਼ੈਂਟ ਅੱਜ ਸਾਹਮਣੇ ਆਏ ਨੇ। ਕਰੋਨਾ ਕਰਕੇ ਪੰਜਾਬ ਦੇ ਵਿੱਚ ਹੁਣ ਤੱਕ 1,20,860 ਲੋਕ ਪੋਜ਼ੀਟਿਵ ਪਾਏ ਗਏ ਨੇ, ਜਿਹਦੇ ਵਿੱਚੋਂ 1,05,585 ਮਰੀਜ਼ ਠੀਕ ਹੋ ਚੁੱਕੇ ਨੇ। ਬਾਕੀ 11,563 ਮਰੀਜ਼
ਇਲਾਜ ਦੇ ਅਧੀਨ ਨੇ। ਅੱਜ 1230 ਮਰੀਜ਼ ਠੀਕ ਹੋ ਕੇ ਘਰ ਪਰਤੇ ਨੇ। ਪੀੜਤ 253 ਮਰੀਜ਼ ਆਕਸੀਜਨ ਦੇ ਉੱਤੇ ਤੇ 42 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਇਹਨਾਂ ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ। ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਦੇ ਵਿੱਚੋਂ 120 ਸਾਹਮਣੇ ਆਏ ਨੇ। ਲੁਧਿਆਣੇ ਦੇ ਵਿੱਚੋਂ ਅੱਜ 114 ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਦੇ ਵਿੱਚੋਂ 92, ਮੋਹਾਲੀ ਦੇ ਵਿੱਚੋਂ 62 ਤੇ ਗੁਰਦਾਸਪੁਰ ਦੇ ਵਿੱਚ 57 ਨਵੇਂ ਕਰੋਨਾ ਪੋਜ਼ਿਟਿਵ ਮਰੀਜ਼ ਰਿਪੋਰਟ ਹੋਏ ਨੇ। ਹੁਣ ਤੱਕ 3700 ਤੇ 12 ਮਰੀਜ਼ ਪੰਜਾਬ ਦੇ ਵਿੱਚ ਦਮ ਤੋੜ ਚੁੱਕੇ ਨੇ। ਰਿਪੋਰਟ ਹੋਈਆਂ ਮੌਤਾਂ ਦੇ ਵਿੱਚ ਅੱਜ ਲੁਧਿਆਣੇ ਦੇ ਵਿੱਚ 4, 5 ਜਲੰਧਰ ਦੇ ਵਿੱਚ, 3 ਅੰਮ੍ਰਿਤਸਰ ਦੇ ਵਿੱਚ, 2 ਗੁਰਦਾਸਪੁਰ ਦੇ ਵਿੱਚ, 2 ਬਰਨਾਲੇ ਦੇ ਵਿੱਚ, 2 ਬਠਿੰਡੇ ਦੇ ਵਿੱਚ, 1 ਫਿਰੋਜ਼ਪੁਰ, 5 ਹੁਸ਼ਿਆਰਪੁਰ, 2 ਪਟਿਆਲਾ, 2 ਮਾਨਸਾ, 2 ਤਰਨਤਾਰਨ, 2 ਮੋਗਾ, 3 ਰੋਪੜ ਤੇ 3 ਪਠਾਨਕੋਟ ਤੋਂ ਗਿਣਤੀ ਸਾਹਮਣੇ ਆਈ ਹੈ। ਭਾਰਤ ਦੇ ਵਿੱਚ ਹੁਣ ਤੱਕ 67,64,710 ਲੋਕ ਕਰੋਨਾ ਪੀੜਤ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 57,50,403 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦਿੱਤੀ ਹੈ। ਪਰ ਬਦਕਿਸਮਤੀ ਦੇ ਨਾਲ 1,04,651 ਲੋਕਾਂ ਦੀ ਭਾਰਤ ਦੇ ਵਿੱਚ ਜਾਨ ਜਾ ਚੁੱਕੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦਾ ਇਹ ਅੰਕੜਾ ਸਾਹਮਣੇ ਆਇਆ, ਸੋਚਣ ਦੇ ਲਈ ਵੀ ਮਜਬੂਰ ਕਰਦਾ ਤੇ ਤਸੱਲੀ ਦਾ ਵੀ ਅਹਿਸਾਸ ਕਰਾਉਂਦਾ। ਅਸੀਂ ਕਰੋਨਾ ਮਹਾਮਾਰੀ ਦੇ ਨਾਲ ਨਿੱਠ ਕੇ ਲੜੇ ਹਾਂ, ਉਹ ਵੀ ਬਿਨਾਂ ਕਿਸੇ ਸਰਕਾਰੀ ਸਹੂਲਤ ਦੇ, ਕਿਉਂਕਿ ਸਰਕਾਰ ਦੇ ਤਾਮਝਾਮ ਤਾਂ ਆਪ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਈ ਸੀ, ਭਾਵੇਂ ਕੇਂਦਰ ਦੀ ਹੋਵੇ ਤੇ ਭਾਵੇਂ ਸੂਬਾਈ ਪੱਧਰ ਦੀਆਂ ਸਰਕਾਰਾਂ ਹੋਣ। ਇਹ ਤਾਂ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ ਕਿ ਉਹਨਾਂ ਨੇ ਢਿੱਡ ਨੂੰ ਗੰਢ ਦੇ ਕੇ ਵੀ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਹੈ। ਹਰ ਇੱਕ ਥਾਂ ਤੱਕ ਲੰਗਰ ਵੀ ਨਹੀਂ ਪਹੁੰਚਾਇਆ ਗਿਆ ਸਰਕਾਰ ਨੇ, ਹਰ ਇੱਕ ਥਾਂ ਤੱਕ ਰਾਸ਼ਨ ਵੀ ਨਹੀਂ ਪਹੁੰਚਿਆ, ਪਰ ਲੋਕਾਂ ਨੇ ਆਪਦਾ ਹੀਲਾ ਵਸੀਲਾ ਕਿਵੇਂ ਵੀ ਕੀਤਾ, ਉਹਨਾਂ ਨੇ ਕੀਤਾ, ਆਪਦੇ ਟੱਬਰ ਨੂੰ ਵੀ ਪਾਲਿਆ, ਉਹਨਾਂ ਨੇ ਘਰ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ। ਪਰ ਜਿਸ ਤਰੀਕੇ ਦੇ ਨਾਲ ਐਤਕੀ ਕਰੋਨਾ ਮਹਾਮਾਰੀ ਨੇ ਇਨਸਾਨੀਅਤ ਦਾ ਅਹਿਸਾਸ ਕਰਵਾਇਆ, ਉਹ ਵੀ ਇੱਕ ਮਹੱਤਵਪੂਰਨ ਗੱਲ ਜ਼ਰੂਰ ਹੈ। ਜਿਹੜੇ ਲੋਕਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰ ਲਾਏ, ਉਹਨਾਂ ਦਾ ਵੀ ਧੰਨਵਾਦ। ਜਿਨ੍ਹਾਂ ਨੇ ਦਵਾਈ ਬੂਟੀ ਦਾ ਪ੍ਰਬੰਧ ਕੀਤਾ, ਉਹਨਾਂ ਦਾ ਵੀ ਸ਼ੁਕਰੀਆ। ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਮੁੱਢਲੀਆਂ ਲੋੜਾਂ ਦੀ ਪੂਰਤੀ ਦੇ ਵਾਸਤੇ ਕੰਮਕਾਜ ਕੀਤੇ, ਉਹਨਾਂ ਦਾ ਵੀ ਧੰਨਵਾਦ। ਪਰ ਸਾਡੀਆਂ ਸਰਕਾਰਾਂ ਨੂੰ ਇਹ ਗੱਲ ਦਾ ਸਬਕ ਜ਼ਰੂਰ ਸਿੱਖਣਾ ਚਾਹੀਦਾ ਕਿ ਕਿਸੇ ਵੀ ਵੇਲੇ ਔਖਾ ਵੇਲਾ ਆ ਸਕਦਾ, ਭਾਵੇਂ ਸਮੁੱਚੇ ਭਾਰਤ ਦੇ ਉੱਤੇ ਤੇ ਭਾਵੇਂ ਕਿਸੇ ਸੂਬੇ ਦੇ ਉੱਤੇ। ਇਸ ਕਰਕੇ ਉਹਨਾਂ ਨੂੰ ਤਿਆਰ ਮਾਨਸਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਤੇ ਪ੍ਰਬੰਧਾਂ ਦੇ ਤੌਰ ਦੇ ਉੱਤੇ ਰਹਿਣਾ ਚਾਹੀਦਾ। ਜਿਹੜੇ ਵੀ ਦੇਸ਼ ਦੇ ਵਿੱਚ ਜਾਂ ਜਿਹੜੇ ਵੀ ਸੂਬੇ ਦੇ ਵਿੱਚ ਸਿਹਤ ਢਾਂਚਾ ਤੇ ਸਿੱਖਿਆ ਢਾਂਚਾ ਕਮਜ਼ੋਰ ਹੋਊਗਾ, ਉਹ ਸੂਬਾ ਤੇ ਉਹ ਦੇਸ਼ ਹੋਇਆ ਨਾ ਹੋਇਆ ਇੱਕ ਬਰਾਬਰ ਹੈ। ਉੱਥੇ ਰੋਬਟ ਹੀ ਪੈਦਾ ਹੋ ਸਕਦੇ ਆ, ਉੱਥੇ ਰੋਬਟਾਂ ਦੀ ਵਰਤੋਂ ਹੋ ਸਕਦੀ ਹੈ, ਜਿਹੜੇ ਕਿ ਉਸ ਵਕਤ ਸੰਵੇਦਨਸ਼ੀਲ ਨਹੀਂ ਹੋਣਗੇ। ਪਰ ਜੇਕਰ ਸੰਵੇਦਨਸ਼ੀਲ ਮਨੁੱਖ ਚਾਹੁੰਦੇ ਆ ਤਾਂ ਫਿਰ ਮੁੱਢਲੀਆਂ ਲੋੜਾਂ ਦੀ ਪੂਰਤੀ ਵੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਜਵਾਬਦੇਹ ਹੋਣਾ ਵੀ ਪਊਗਾ। ਨਹੀਂ ਤਾਂ ਚੁਣੌਤੀਆਂ ਜੇਕਰ ਲੋਕਾਂ ਦੇ ਮੂਹਰੇ ਤੇ ਆਉਂਦੇ ਸਮੇਂ ਦੇ ਵਿੱਚ ਸਰਕਾਰਾਂ ਦੇ ਮੂਹਰੇ ਵੀ ਖੜੀਆਂ ਹੋਣੀਆਂ ਕੁਦਰਤੀ ਹੈ। ਸੋ ਚਾਹੀਦਾ ਇਹ ਹੈ ਕਿ ਇਸ ਮਸਲੇ ਦੇ ਉੱਤੇ ਸਾਡੀਆਂ ਸਰਕਾਰਾਂ ਨਿੱਠ ਕੇ ਸੋਚਣ, ਆਮ ਲੋਕਾਂ ਦੇ ਭਲੇ ਬਾਬਤ ਸੋਚਿਆ ਜਾਵੇ, ਨਾ ਕਿ ਹਰ ਮਸਲੇ ਦੇ ਉੱਤੇ ਲਗਾਤਾਰ ਰਾਜਨੀਤੀ ਕੀਤੀ ਜਾਵੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।